ਆਸਾ। ਬਾਣੀ ਸ਼੍ਰੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਪਿਰੰਗ ਪਤੰਗ ਕੁੰਚਰ। ਏਕ ਦੋਖ ਬਿਨਾਸ਼ ਪੰਚ ਦੋਖ ਅਸਾਧ ਜਾਮੈ। ਤਾਕੀ ਕੇਤਕ ਆਸ। ਮਾਧੋ ਅਵਿਦਿਆ ਹਿਤ ਕੀਨ। ਵਿਵੇਕ ਦੀਪ ਮਲੀਨ ਰਹਾਉ। ਜਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਮਾਨੁਖਾ ਅਵਤਾਰ ਦੁਰਲਭ ਤਿਹੀ ਸੰਗਤ ਪੋਚ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ। ਕਾਲ ਫਾਸ ਅਬਧ ਲਾਗੇ ਕਛ ਨ ਚਲੈ ਉਪਾਏ। ਰਵਿਦਾਸ ਦਾਸ ਉਦਾਸ ਤਜ ਭ੍ਰਮ। ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਨੇ ਆਸਾ ਰਾਗ ਵਿੱਚ ਭਗਤ ਰਵਿਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਦਾ ਪਹਿਲਾ ਸ਼ਬਦ, ਜਿਸ ਦਾ ਪਾਠ ਸ਼੍ਰਵਣ ਕੀਤਾ, ਜਿਸ ਦਾ ਸਿਰਲੇਖ ਆਸਾ ਬਾਣੀ ਸ਼੍ਰੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾਚਰਨ ਹੈ। ਪਰਮਾਤਮਾ ਇੱਕ ਹੈ, ਸਰਬ ਸ਼ਕਤੀਵਾਨ ਹੈ, ਸਰਬ ਵਿਆਪਕ ਹੈ ਔਰ ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਵਿੱਚ ਇਹ ਪ੍ਰਮਾਣ ਸਾਨੂੰ ਅਗਵਾਈ ਬਖਸ਼ਦਾ ਹੈ ਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਤਥਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਇਸੇ ਤਰ੍ਹਾਂ ਕੁਝ ਵਿਦਵਾਨ ਟੀਕਾਕਾਰਾਂ ਨੇ ਭਗਤਾਂ ਦੀ ਬਾਣੀ ਤਥਾ ਗੁਰਬਾਣੀ ਨੂੰ ਕਿਸੇ ਨਾ ਕਿਸੇ ਉਠਾਨਕਾ ਦੇ ਤਹਿਤ ਲਿਖਿਆ ਕਿ ਜੀ ਇਹ ਫਲਾਣੇ ਸਮੇਂ ਫਲਾਣੇ ਨੂੰ ਇਹ ਉਪਦੇਸ਼ ਕੀਤਾ। ਇਹਦੇ ਵਿੱਚ ਇੱਕ ਮੁਸ਼ਕਲ ਤੇ ਹੱਲ ਹੋ ਜਾਂਦੀ ਕਿ ਗੱਲ ਨੂੰ ਸਮਝਾਉਣ ਲਈ ਥੋੜ੍ਹੀ ਸੁਖੈਨਤਾ ਹੁੰਦੀ, ਪਰ ਜੋ ਵੀ ਮਹਾਂਪੁਰਖਾਂ ਦੇ ਬੋਲ ਹਨ ਉਹ ਹਰ ਪ੍ਰਾਣੀ ਮਾਤਰ ਲਈ ਸਾਂਝੇ ਹਨ। ਔਰ ਬਹੁਤੀ ਵਾਰੀ ਮਹਾਂਪੁਰਖ ਜੋ ਹਨ ਉਹ ਆਪਣੇ ਆਪ ਨੂੰ ਹੀ ਪਰਮਾਤਮਾ ਦੇ ਦਰ 'ਤੇ ਹਾਜ਼ਰ ਕਰਕੇ ਉਹਦੀ ਹਜ਼ੂਰੀ ਵਿੱਚ ਬੇਨਤੀ ਕਰਦੇ। ਤੋ ਮੈਂ ਇਸ ਚਰਚਾ ਵਿੱਚ ਨਹੀਂ ਪੈਂਦਾ। ਮੇਰੀ ਇਹ ਸੋਚ ਕਹੋ ਜਾਂ ਗੁਰੂ ਨੇ ਐਸੀ ਬੁੱਧ ਬਖਸ਼ੀ ਹੈ ਕਿ ਆਪਾਂ ਨੇ ਬਾਣੀ ਤੋਂ ਸਿੱਖਿਆ ਲੈਣੀ, ਕਿਉਂਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ। ਭਾਵੇਂ ਉਹ ਸ਼ਬਦ ਮਹਾਂਪੁਰਖਾਂ ਨੇ ਕਿਸੇ ਵਿਅਕਤੀ ਦੇ ਪਰਥਾਏ ਉਚਾਰਨ ਕੀਤਾ ਹੋਵੇ, ਪਰ ਉਹ ਢੁਕਦਾ ਸਾਡੇ ਸਾਰਿਆਂ ਤੇ। ਤੋ ਇਸ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ
ਬੜੀ ਬੇਨਤੀ ਕਰਦੇ ਹਨ ਉਸ ਪਰਮਾਤਮਾ ਦੇ ਚਰਨਾਂ ਵਿੱਚ। ਸਾਨੂੰ ਜਾਚ ਸਿਖਾਉਂਦੇ ਹਨ, ਭਾਈ ਤੁਸੀਂ ਵੀ ਜੇ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਪਰਮਾਤਮਾ ਨਾਲ ਐਸਾ ਸੰਬੰਧ ਬਣਾ ਕੇ ਬੇਨਤੀ ਕਰੋ। ਤਾਂ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਰਹਾਉ ਦੀ ਪੰਕਤੀ ਵਿੱਚ ਬੇਨਤੀ ਕਰਦੇ ਹਨ ਤਥਾ ਸਾਨੂੰ ਜਾਚ ਸਿਖਾਉਂਦੇ ਨੇ। ਮਾਧੋ ਅਵਿਦਿਆ ਹਿਤ ਕੀਨ। ਹੁਣ ਮਾਧੋ ਸ਼ਬਦ ਜਿਹੜਾ ਇਹ ਗੁਰਬਾਣੀ ਵਿੱਚ ਪਰਮਾਤਮਾ ਲਈ ਬਹੁਤ ਵਾਰੀ ਆਇਆ। ਤੋ ਇਹਦੇ ਅਖਰੀ ਅਰਥ ਨੇ ਮਾਇਆ ਦਾ ਪਤੀ, ਮਾਇਆ ਦਾ ਆਸਰਾ, ਜਿਹਦੇ ਆਸਰੇ ਇਹ ਮਾਇਆ ਖੜੀ ਹੈ। ਇਹ ਮਾਧੋ ਇਹਨਾਂ ਸਪੈਲਿੰਗਾਂ ਵਿੱਚ ਵੀ ਹੈ। ਇਹ ਮਾਧੋ ਮੰਮੇ ਨੂੰ ਮਹਾਕਨਾ ਤਦਾ ਊੜੇ ਨੂੰ ਔਂਕੜ ਵੀ ਹੈ। ਉਚਾਰਨ ਇਸ ਦਾ ਮਾਧੋ ਹੀ ਰਹੇ। ਹੇ ਮਾਧੋ, ਹੇ ਮਾਇਆਪਤੀ ਪਰਮਾਤਮਾ, ਅਸੀਂ ਜੀਵ ਗਲਤ ਰਸਤੇ ਹੋ ਗਏ। ਕਿਉਂ? ਅਵਿਦਿਆ ਹਿਤ ਕੀਨ। ਇੱਕ ਹੈ ਵਿਦਿਆ ਤੇ ਵਿਦਿਆ ਦੇ ਉਲਟ ਹੈ ਅਵਿਦਿਆ। ਇੱਕ ਹੈ ਗਿਆਨ, ਦੂਜਾ ਹੈ ਅਗਿਆਨ। ਅਸੀਂ ਅਗਿਆਨਤਾ ਦੇ ਨਾਲ ਮੋਹ ਪਾ ਬੈਠੇ। ਜਿਵੇਂ ਕਈ ਵਾਰੀ ਦੇਖਿਆ ਹੈ ਕਿ ਦੀਵੇ ਵਿੱਚ ਤੇਲ ਤੇ ਇਸ ਲਈ ਪਾਇਆ ਜਾਂਦਾ ਹੈ ਕਿ ਉਹ ਰੋਸ਼ਨੀ ਦੇਗਾ, ਪਰ ਕਈ ਵਾਰੀ ਤੇਲ ਵਿੱਚ ਮਿਲਾਵਟ ਹੁੰਦੀ ਹੈ, ਕਈ ਵਾਰੀ ਤੇਲ ਮਾੜਾ ਹੁੰਦਾ ਹੈ ਤੇ ਉਹ ਬੱਤੀ ਤੇ ਜਗ ਪੈਂਦੀ ਹੈ, ਪਰ ਉਹਦੇ ਨਾਲ ਧੂੰਆਂ ਵੀ ਹੁੰਦਾ ਹੈ ਔਰ ਉਹ ਧੂੰਆਂ ਸਾਰੇ ਹੀ ਸ਼ੀਸ਼ੇ ਨੂੰ ਮੈਲਾ ਕਰ ਦਿੰਦਾ। ਸਾਡੀ ਵੀ ਇਹੋ ਹਾਲਤ। ਮਾਧੋ ਅਵਿਦਿਆ ਹਿਤ ਕੀਨ। ਅਸੀਂ ਅਗਿਆਨਤਾ ਨਾਲ ਪਿਆਰ ਕਰ ਬੈਠੇ, ਮਤਲਬ ਗਲਤ ਗੱਲਾਂ ਨਾਲ ਸਨੇਹ ਪਾ ਦੇ, ਜਿਸ ਦੇ ਨਤੀਜੇ ਵਜੋਂ ਵਿਵੇਕ ਦੀਪ ਮਲੀਨ। ਦੀਪ ਦਾ ਮਤਲਬ ਹੈ ਦੀਵਾ ਤੇ ਵਿਵੇਕ ਦਾ ਮਤਲਬ ਹੈ ਉਹ ਬੁੱਧੀ ਵਿੱਚ ਵਿਚਾਰ ਜਿਹਦੇ ਨਾਲ ਅਸੀਂ ਚੰਗੇ ਤੇ ਮੰਦੇ ਦਾ, ਠੀਕ ਤੇ ਗਲਤ ਦਾ ਨਿਰਣਾ ਕਰ ਸਕਦੇ। ਹੁਣ ਦੇਖੋ, ਦੀਵਾ ਤੇ ਇਸ ਲਈ ਜਗਾਇਆ ਸੀ ਕਿ ਸਾਨੂੰ ਹਨੇਰੇ ਵਿੱਚ ਰੋਸ਼ਨੀ ਮਿਲੇ, ਪਰ ਜੇ ਸਾਡੀ ਸੰਗਤ ਹੀ ਮਾੜੀ ਹੋ ਜਾਏ ਤੇ ਮਾੜੀ ਸੰਗਤ ਵਿੱਚੋਂ ਮਾੜੀ ਸਿੱਖਿਆ ਮਿਲੇ। ਇਸੇ ਲਈ ਸਾਡੇ ਬਜ਼ੁਰਗ ਇਹ ਗੱਲ ਕਹਿੰਦੇ ਹਨ ਕਿ ਜੈਸੀ ਸੰਗਤ ਵੈਸੀ ਰੰਗਤ। ਸੁਸਾਇਟੀ ਮੋਲਡ ਏ ਮੈਨ। ਊਤਮ ਸੰਗਤ ਊਤਮ ਹੋਵੇ। ਕਬੀਰ ਜੀ ਨੇ ਵੀ ਫਰਮਾਇਆ ਹੈ, ਕਬੀਰ ਮਨ ਪੰਖੀ ਭਇਆ, ਉੱਡ ਉੱਡ ਦਾਜ ਸਜਾਏ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਤੁਸੀਂ ਕਿਸੇ ਮਾੜੀ ਪੁਸਤਕ ਨੂੰ ਪੜ੍ਹੋ, ਮਾੜੀ ਫਿਲਮ ਨੂੰ ਦੇਖੋ, ਮਾੜੀਆਂ ਗੱਲਾਂ ਸੁਣੋ, ਉਹਦਾ ਅਸਰ ਤੇ ਹੋਵੇ। ਤੋ ਇਹ ਹੈ ਕਾਰਨ। ਮਾਧੋ ਅਵਿਦਿਆ ਹਿਤ ਕੀਨ। ਹੇ ਪਰਮਾਤਮਾ, ਅਸੀਂ ਜੀਵ ਬੜੇ ਮੂਰਖ ਹਾਂ। ਅਸੀਂ ਅਵਿਦਿਆ ਨਾਲ, ਅਗਿਆਨਤਾ ਨਾਲ ਪਿਆਰ ਕਰ ਲਿਆ, ਜਿਸ ਦੇ ਕਾਰਨ ਵਿਵੇਕ ਦੀਪ ਮਲੀਨ। ਉਹ ਜਿਹੜਾ ਵਿਚਾਰ ਵਾਲਾ ਦੀਵਾ ਸੀ ਨਾ, ਉਹ ਮੈਲਾ ਹੋ ਗਿਆ। ਉਹਦੇ ਅੱਗੇ ਪਰਦਾ ਆ ਗਿਆ, ਚਾਹੇ ਵਿਕਾਰਾਂ ਦੀ ਮੈਲ ਹੋ ਗਈ, ਕੁਛ ਵੀ ਕਹਿ ਲਓ। ਤੇ ਜਦੋਂ ਦੀਵੇ ਦਾ ਸ਼ੀਸ਼ਾ ਹੀ ਮੈਲਾ ਹੋ ਗਿਆ, ਹੁਣ ਸਾਨੂੰ ਨਜ਼ਰ ਕਿੱਥੋਂ ਆਵੇ? ਇਹ ਹੈ ਸ਼ਬਦ ਦੀ ਰਹਾਉ ਦੀ ਪੰਕਤੀ।
ਇਹਨੂੰ ਬਾਰ-ਬਾਰ ਪੜ੍ਹਨਾ ਤੇ ਵਿਚਾਰਨਾ ਹੈ। ਹੁਣ ਭਗਤ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ, ਮ੍ਰਿਗ, ਮੀਨ, ਪਿਰੰਗ, ਪਤੰਗ, ਕੁੰਚਰ, ਇਹ 5 ਚੀਜ਼ਾਂ ਦੇ ਨਾਮ ਹਨ। ਜਾਣਦੇ ਅਸੀਂ ਸਾਰੇ। ਇਹਦਾ ਪਾਠ ਕਰਦੇ ਸਮੇਂ ਮ੍ਰਿਗ, ਮੀਨ, ਪਿਰੰਗ, ਪਤੰਗ, ਕੁੰਚਰ, ਇਹਨਾਂ ਨੂੰ ਨੰਬਰਵਾਰ ਥੋੜ੍ਹਾ ਥੋੜ੍ਹਾ ਵਿਸ਼ਰਾਮ ਦੇ ਕੇ ਪੜ੍ਹਨਾ। ਮਿਰਗ ਕਹਿੰਦੇ ਨੇ ਹਿਰਨ ਨੂੰ, ਮੀਨ ਕਹਿੰਦੇ ਨੇ ਮੱਛੀ ਨੂੰ, ਪਿਰੰਗ ਕਹਿੰਦੇ ਨੇ ਭੌਰੇ ਨੂੰ, ਪਤੰਗ ਕਹਿੰਦੇ ਨੇ ਪਤੰਗੇ ਨੂੰ, ਜਿਹੜਾ ਦੀਵੇ ਦੀ ਲਾਟ 'ਤੇ ਹੁੰਦਾ, ਤੇ ਕੁੰਚਰ ਮੈਨਾ ਹਾਥੀ। ਇਹਨਾਂ 5 ਦੀ ਕਹਾਣੀ ਬੜੀ ਲੰਬੀ ਹੈ। ਮ੍ਰਿਗ ਕਿਵੇਂ ਮਰਦਾ ਹੈ, ਮੀਨ ਮੱਛੀ ਕਿਵੇਂ ਮਰਦੀ ਹੈ, ਭੌਰਾ ਕਿਵੇਂ ਮਰਦਾ ਹੈ, ਪਤੰਗਾ ਕਿਵੇਂ ਆਪਣੀ ਜਾਨ ਗਵਾਉਂਦਾ, ਤੇ ਹਾਥੀ ਕਿਵੇਂ ਕਾਬੂ। ਗੁਰਬਾਣੀ ਵਿੱਚ ਇਹਨਾਂ ਸਾਰਿਆਂ ਦਾ ਬੜੇ ਵਿਸਥਾਰ ਨਾਲ ਵਰਣਨ ਕੀਤਾ। ਮ੍ਰਿਗ ਤ੍ਰਿਸ਼ਨਾ ਕਰਕੇ ਮਰਦਾ, ਮੱਛੀ ਜੀਭ ਦੇ ਚਸਕੇ ਕਰਕੇ ਮਰਦਾ, ਪਿਰੰਗ ਜਿਹੜਾ ਹੈ ਉਹ ਨੱਕ ਦੇ ਕਾਰਨ ਮਰਦਾ, ਸੁਗੰਧੀ ਕਰਕੇ, ਔਰ ਪਤੰਗਾ ਜਿਹੜਾ ਉਹਨੂੰ ਦ੍ਰਿਸ਼ਟੀ ਰੋਗ ਹੈ, ਤੇ ਹਾਥੀ ਜਿਹੜਾ ਹੈ ਉਹਨੂੰ ਕਾਮ ਰੋਗ ਹੈ। ਇਹਨਾਂ 5 ਦੇ 5 ਦੋਸ਼ ਨੇ: ਸ਼ਬਦ, ਸਪਰਸ਼, ਰੂਪ, ਰਸ, ਗੰਧ। ਹੁਣ ਮਹਾਰਾਜ ਕਹਿੰਦੇ ਨੇ, ਭਗਤ ਜੀ, ਇਹ 5 ਏਕ ਦੋਖ ਵਿਨਾਸ਼, ਇੱਕ ਇੱਕ ਦੋਸ਼ ਕਰਕੇ, ਇੱਕ ਇੱਕ ਕਮੀ ਕਰਕੇ, ਇੱਕ ਇੱਕ ਵਿਸ਼ੇ ਵਿਕਾਰ ਕਰਕੇ ਇਹਨਾਂ ਦਾ ਨਾਸ ਹੋ ਜਾਂਦਾ। 5 ਦੋਖ ਅਸਾਧ ਜਾਮੈ, ਤਾਕੀ ਕੇਤਕ ਆਸ। ਹੁਣ ਜਿਹੜਾ ਬੰਦਾ ਹੈ, ਜਿਹੜਾ ਜੀਵ ਹੈ, ਮੈਂ ਤੇ ਤੁਸੀਂ, ਸਾਡੇ ਵਿੱਚ 5 ਦੋਸ਼ ਹੈਗੇ ਨੇ। ਸ਼ਬਦ ਵੀ ਸੁਣ ਕੇ ਅਸੀਂ ਬੜੇ ਰੀਝਦੇ ਹਾਂ, ਸਪਰਸ਼ ਕਰਕੇ ਵੀ ਸਾਡੇ ਵਿੱਚ ਵਿਕਾਰ ਪੈਦਾ ਹੁੰਦੇ, ਅੱਖਾਂ ਕਰਕੇ ਵੀ ਦੇਖ ਕੇ ਮਨ ਵਿਕਾਰੀ ਹੋ ਜਾਂਦਾ, ਜੀਭਾਂ ਨਾਲ ਚੱਖ ਕੇ ਵੀ ਅਸੀਂ ਉਲਾਰ ਹੋ ਜਾਂਦੇ, ਔਰ ਨੱਕ ਨਾਲ ਸੁਣ ਕੇ। ਇਹ 5 ਸਾਡੇ 'ਚ। ਤਾਂ ਪਹਿਲੀ ਪੰਕਤੀ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਨੇ, ਮ੍ਰਿਗ, ਮੀਨ, ਪਿਰੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, 5 ਦੋਖ ਅਸਾਧ ਜਾਮੈ। ਅਸਾਧ ਦਾ ਮਤਲਬ ਹੈ ਨਾ ਸਾਧੇ ਜਾਣ ਵਾਲੇ, ਜਿਨ੍ਹਾਂ ਨੂੰ ਕਾਬੂ ਪਾਉਣਾ ਬੜਾ ਮੁਸ਼ਕਿਲ ਹੈ। ਤਾਕੀ ਕੇਤਕ ਆਸ, ਤੇ ਬੰਦੇ ਵਿੱਚ 5 ਹੈਗੇ, ਉਹਦੇ ਬਚਾਓ ਦੀ ਕਿਵੇਂ ਆਸ ਹੋ ਸਕਦੀ। ਦੇਖੋ ਨਾ, ਇਹਨਾਂ ਦੀ ਮਿਸਾਲ ਦੇਣ ਦਾ ਮਤਲਬ ਹੈ ਇਹ ਇੱਕ ਇੱਕ ਦੋਸ਼ ਕਰਕੇ ਮਾਰੇ ਗਏ, ਤੇ ਜਿਸ ਬੰਦੇ ਵਿੱਚ 5 ਹੈਗੇ ਨੇ ਉਹਦੀ ਕਿਵੇਂ ਬਚਾਅ ਦੀ ਆਸ। ਫਿਰ ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਹੇ ਪਰਮਾਤਮਾ, ਫਿਰ ਅਸੀਂ ਅਵਿਦਿਆ ਦੇ ਨਾਲ ਹਿਤ ਕਰ ਲਏ, ਤੇ ਜਿਸ ਹਿਤ ਕਰਨ ਕਰਕੇ ਸਾਡਾ ਵਿਚਾਰ ਦਾ ਦੀਵਾ ਜਿਹੜਾ ਉਹ ਮਲੀਨ ਮੱਧਮ ਹੋਵੇ। ਰਹਾਉ ਤਿਗਦ ਜੋਨ ਅਚੇਤ, ਸੰਭਵ ਪੁੰਨ ਪਾਪ ਅਸੋਚ। ਤਿਗਦ ਜੋਨ, ਤਿਗਦ ਜੋਨ ਉਹਨਾਂ ਨੂੰ ਕਹਿੰਦੇ ਨੇ ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਹੋਣ, ਜਿਵੇਂ ਛਿਪਕਲੀ ਹੈ, ਸੱਪ ਹੈ, ਠੂਏ ਹਨ, ਭਾਵ ਉਹ ਜੀਵ ਜੋ ਵਿੰਗੇ ਹੋ ਕੇ ਤੁਰਦੇ ਨੇ, ਪਸ਼ੂ ਆਦਿ। ਉਹ ਤਾਂ ਕੁਦਰਤੀ ਅਚੇਤ ਹਨ, ਉਹਨਾਂ ਵਿੱਚ ਪਰਮਾਤਮਾ ਨੇ ਸੋਚਣ ਦੀ ਸ਼ਕਤੀ ਨਹੀਂ ਪਾਈ। ਤ੍ਰਿਗਤ ਜੋਨ ਅਚੇਤ, ਸੰਭਵ ਪੁੰਨ ਪਾਪ ਅਸੋਚ। ਸੰਭਵ ਦਾ ਮਤਲਬ ਹੈ ਉਹਨਾਂ ਕੋਲੋਂ ਐਸੀ ਗਲਤੀ ਹੋ ਜਾਣੀ ਮੁਮਕਿਨ ਹੈ, ਕੁਦਰਤੀ ਹੋ ਸਕਦੀ। ਜਿਵੇਂ ਬੱਚੇ ਨੂੰ ਅਸੀਂ ਰਿਆਇਤ ਦਿੰਦੇ ਹਾਂ ਵੀ ਬੱਚਾ ਹੈ,
ਇਹਨੂੰ ਹਾਲੀ ਸਮਝ ਨਹੀਂ ਹੈ। ਇਸੇ ਤਰ੍ਹਾਂ ਇਹ ਜਿਹੜੀਆਂ ਜੂਨੀਆਂ ਹਨ ਇਹ ਤਾਂ ਅਚੇਤ ਹਨ, ਇਹਨਾਂ ਵਿੱਚ ਸੋਚਣ ਦੀ ਸ਼ਕਤੀ ਨਹੀਂ। ਇਹਨਾਂ ਕੋਲੋਂ ਪੁੰਨ ਪਾਪ ਤੋਂ ਉਹ ਸੋਚ ਨਹੀਂ, ਉਹਨਾਂ ਨੂੰ ਸੋਚ ਹੀ ਕੋਈ ਕੀ ਗਲਤ ਹੈ ਕੀ ਠੀਕ। ਉਹਨਾਂ ਕੋਲੋਂ ਗਲਤੀ ਹੋ ਜਾਣੀ ਸੰਭਵ ਹੈ। ਮਨੁੱਖਾ ਅਵਤਾਰ ਦੁਰਲਭ, ਇਹ ਜਿਹੜਾ ਮਨੁੱਖ ਜੂਨੀ ਹੈ ਇਹ ਬੜੀ ਦੁਰਲਭ ਹੈ। ਸਾਰੀ ਬਾਣੀ ਵਿੱਚ ਬਾਰ-ਬਾਰ ਕਿਹਾ ਕਿ 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਜੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏਂਦਾ। ਅਵਤਾਰ ਸ਼ਬਦ ਉੱਤੇ ਜਨਮ ਲੈਣ ਨੂੰ, ਪਰ ਅਵਤਾਰ ਜਿਹੜਾ ਉਹਨੂੰ ਆਮ ਜੂਨੀਆਂ ਤੋਂ ਸ੍ਰੇਸ਼ਟ ਮੰਨਿਆ ਜਾਂਦਾ, ਮਨੁੱਖਾਂ ਵਿੱਚੋਂ ਵੀ ਸ੍ਰੇਸ਼ਟ ਹੈ। ਤੋ ਇਹ ਹੈ ਜਿਹੜਾ ਮਨੁੱਖਾ ਜਨਮ ਹੈ ਇਹ ਬੜਾ ਦੁਰਲਭ ਹੈ। ਤੀਹੀ ਸੰਗਤ ਪੋਚ, ਪਰ ਦੁਰਲਭ ਜਨਮ ਪਾ ਕੇ ਵੀ ਇਹ ਵੀ ਇਹਨਾਂ ਪੰਜਾਂ ਦੀ ਸੰਗਤ ਵਿੱਚ ਨੀਚ ਬਣ ਗਿਆ। ਉੱਚਾ ਹੁੰਦਾ ਹੋਇਆ ਵੀ ਇਹ ਘਟੀਆ ਵਿਚਾਰ ਦਾ ਮਾਲਕ। ਹੁਣ ਤੀਜੇ ਪਦ ਵਿੱਚ ਭਗਤ ਜੀ ਕਹਿੰਦੇ ਜੀ ਜੰਤ ਜਹਾਂ ਜਹਾਂ ਲੱਗ। ਇਹ ਜਿਤਨੇ ਜੀਵ ਜੰਤ ਪਰਮਾਤਮਾ ਨੇ ਪੈਦਾ ਕੀਤੇ ਜਹਾਂ ਜਹਾਂ ਲੱਗ, ਜਿੱਥੇ ਜਿੱਥੇ ਤੀਕ ਜਿਹੜੀ ਜੂਨੀ ਜੂਨੀ ਵਿੱਚ ਜਾਂਦੇ ਨੇ, ਕਰਮ ਕੇ ਬਸ ਜਾਏ, ਇਹ ਆਪਣੇ ਕਰਮਾਂ ਦੇ ਅਧੀਨ ਹੋ ਕੇ ਜਾਂਦੇ। ਇਹ ਜਿੰਨੀਆਂ ਜੂਨੀਆਂ ਨੇ, ਕੁਝ ਲੋਕ ਇਸ ਤੇ ਪੂਰੀ ਤਰ੍ਹਾਂ ਸਹਿਮਤ ਨੇ, ਗੁਰਬਾਣੀ ਤੇ ਮੰਨਦੀ ਕਿ ਇਹ ਪੂਰਵ ਜਨਮ ਦੇ ਕੀਤੇ ਹੋਏ ਕਰਮਾਂ ਦਾ ਫਲ ਹੈ। ਮਨੁੱਖਾ ਜਨਮ ਮਿਲਣਾ ਜਾਂ ਕਿਸੇ ਜੂਨੀ ਵਿੱਚ ਪੈਣਾ, ਇਹਦੇ ਪਿੱਛੇ ਸਾਡੇ ਪੂਰਵਲੇ ਜਨਮ ਦੇ ਕਰਮ ਹਨ। ਤੋ ਜੀ ਜੰਤ ਜਹਾਂ ਜਹਾਂ ਲੱਗ, ਕਰਮ ਕੇ ਬਸ ਜਾਏ। ਇਹ ਕਰਮਾਂ ਦੇ ਅਧੀਨ ਹੋ ਕਰਕੇ ਜਾਂਦੇ। ਕਾਲ ਫਾਸ ਅਬਦ ਲਾਗੇ, ਕਛ ਨਾ ਚਲੇ ਉਪਾਏ। ਆਖਿਆ ਜਿਹੜੀ ਕਾਲ ਦੀ ਫਾਈ ਹੈ, ਅਬਦ ਜਿਹਨੂੰ ਕੱਟਿਆ ਨਹੀਂ ਜਾ ਸਕਦਾ, ਉਹ ਤਾਂ ਹਰ ਇੱਕ ਨੂੰ ਆਉਣੀ ਹੈ। ਹਰ ਜੂਨੀ ਵਿੱਚ ਜੰਮਣਾ ਵੀ ਹੈ ਤੇ ਮਰਨਾ ਵੀ। ਇਹਦੇ ਵਾਸਤੇ ਕਿਸੇ ਕੋਲ ਕੋਈ ਉਪਾਏ, ਕੋਈ ਯਤਨ ਨਹੀਂ ਹੈ। ਕਾਲ ਫਾਸ ਅਬਦ ਲਾਗੇ, ਕਛ ਨਾ ਚਲੇ ਉਪਾਏ। ਕੋਈ ਯਤਨ ਨਹੀਂ ਹੈ। ਜਿਹੜੇ ਕੀਤੇ ਹੋਏ ਕਰਮ ਨੇ, ਇਸ ਸ਼੍ਰੀ ਮਹਾਰਾਜ ਕਹਿੰਦੇ ਨੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ, ਮੈਂ ਕਿਆ ਜਾਨੋ ਬਾਬਾਰੇ। ਸਾਨੂੰ ਪਤਾ ਹੀ। ਤੋ ਗੁਰਬਾਣੀ ਦੇ ਅੰਦਰ ਨਿਰਾਸ਼ਤਾ ਨਹੀਂ ਹੈ, ਮਾਰਗ ਦਰਸ਼ਨ ਕੀਤਾ ਹੈ। ਇਸ ਲਈ ਭਗਤ ਜੀ ਕਹਿੰਦੇ ਨੇ ਰਵਿਦਾਸ ਦਾਸ ਉਦਾਸ, ਤਜ ਬ੍ਰਹਮ ਤਪਨ ਤਪ ਗੁਰ ਗਿਆਨ। ਰਵਿਦਾਸ ਜੀ ਕਹਿੰਦੇ ਨੇ ਮੈਂ ਇਹਨਾਂ ਵਿਕਾਰਾਂ ਤੋਂ ਉਦਾਸ ਹੋ ਗਿਆ। ਭਰਮ ਦੇ ਅਧੀਨ ਮੈਂ ਇਹਨਾਂ ਦੇ ਕਾਬੂ ਆਇਆ ਸੀ, ਪਰ ਹੁਣ ਮੈਂ ਛੁੱਟ ਗਿਆ। ਕਿਉਂ? ਤਪਨ ਤਪ ਗੁਰ ਗਿਆਨ। ਇਹ ਜਿਹੜਾ ਗੁਰੂ ਦਾ ਗਿਆਨ ਹੈ ਇਹ ਤਪਾਂ ਤੋਂ ਤਪ ਹੈ। ਇਸੇ ਲਈ ਬਾਣੀ 'ਚ ਲਿਖਿਆ ਹੈ ਕਿ ਘਰ ਛੱਡਣ ਨਾਲ ਕੋਈ ਤਿਆਗੀ ਨਹੀਂ ਹੋ ਸਕਦਾ, ਕੋਈ ਭਗਵੇ ਕੱਪੜੇ ਪਾ ਕੇ ਵੈਰਾਗੀ ਨਹੀਂ ਹੋ ਸਕਦਾ, ਬਲਕਿ ਘਰ ਵਿੱਚ ਰਹਿ ਕੇ ਗੁਰੂ ਦੇ ਗਿਆਨ ਮੁਤਾਬਕ ਚੱਲੋ, ਇਹ ਸਭ ਤੋਂ ਵੱਡਾ ਤਪ। ਇਸੇ ਲਈ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ। ਨਾਨਕ ਘਰ ਬੈਠਿਆਂ ਜੋਗ ਪਾਈਏ, ਸਤਿਗੁਰ ਕੈ ਉਪਦੇਸ਼। ਲੋ ਹੁਣ ਨਿਚੋੜ ਨਿਕਲ ਗਏ। ਕਹਿੰਦੇ ਨੇ ਇਹ ਰਵਿਦਾਸ ਭਗਤ ਤੁਹਾਡਾ ਸੇਵਕ ਉਦਾਸ, ਤਜ ਭ੍ਰਮ,
ਇਹ ਸਾਰੀ ਖੇਡ ਨੂੰ ਵੇਖ ਕੇ ਮੈਂ ਹੁਣ ਭਰਮ ਛੱਡ ਦਿੱਤੇ ਔਰ ਮੈਨੂੰ ਸਮਝ ਆ ਗਈ ਹੈ ਕਿ ਤਪਨ ਤਪ ਗੁਰ ਗਿਆਨ, ਜਿਹੜਾ ਗੁਰੂ ਦਾ ਗਿਆਨ ਸੁਣਨਾ ਤੇ ਮੰਨਣਾ, ਜਿਹਨੂੰ ਰੋਜ਼ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਨ ਦੇ ਨਾਲ ਸਮਝ ਆਉਂਦੀ, ਫਿਰ ਮੰਨਣ ਦੇ ਨਾਲ ਕਮਾਲ ਦੀ ਅਵਸਥਾ ਬਣ ਜਾਂਦੀ। ਤੋ ਗੁਰੂ ਦਾ ਗਿਆਨ ਜਿਹੜਾ ਇਹ ਤਪਾਂ ਦਾ ਮਹਾਂ ਤਪ ਹੈ। ਆਓ ਅਸੀਂ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ। ਭਗਤ ਜਨ ਭੈ ਹਰਨ, ਭਗਤ ਜਨਾਂ ਦਾ ਡਰ ਦੂਰ ਕਰਨ ਵਾਲਾ ਕੌਣ ਹੈ? ਪਰਮਾਤਮਾ। ਪਰਮਾਨੰਦ ਕਰੋ ਨਿਦਾਨ, हे ਪਰਮ ਆਨੰਦ ਦੇਣ ਵਾਲੇ ਪਰਮਾਤਮਾ, ਕਰੋ ਨਿਦਾਨ, ਮੈਨੂੰ ਇਹਨਾਂ ਚੀਜ਼ਾਂ ਤੋਂ ਛਡਾਓ। ਇਹਨਾਂ ਦਾ ਨਿਦਾਨ ਦਾ ਮਤਲਬ ਹੈ ਅੰਤ ਕਰ, ਭਾਵ ਮੇਰਾ ਇਹ ਖਹਿੜਾ ਛੱਡ ਜਾਣ ਔਰ ਮੈਂ ਤੁਹਾਡਾ ਸਿਮਰਨ ਕਰ ਸਕਾਂ। ਤੋ ਭਗਤ ਰਵਿਦਾਸ ਜੀ ਨੇ ਬੜੀ ਕਿਰਪਾ ਕੀਤੀ ਹੈ, ਇੱਕ ਇੱਕ ਅੱਖਰ ਸਾਨੂੰ ਸਮਝਾ ਦਿੱਤਾ। ਭਾਈ ਵੇਖੋ, ਇਹ 5 ਇੱਕ ਇੱਕ ਦੋਸ਼ ਕਰਕੇ ਮਾਰੇ ਜਾਂਦੇ ਨੇ ਤੇ ਮਨੁੱਖ ਵਿੱਚ 5 ਹੈਗੇ ਨੇ। ਇਸ ਵਾਸਤੇ ਆਓ ਚੰਗੀ ਸੰਗਤ ਕਰੀਏ, ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਤੇ ਵਿਚਾਰ ਕਰੀਏ। ਇਹ ਦੁਨੀਆ ਤੇ ਵਿਚਾਰੇ ਫਸੇ ਹੋਏ ਨੇ, ਪਰ ਮਨੁੱਖ ਜਿਹੜਾ ਇਹਦੇ ਕੋਲ ਪਰਮਾਤਮਾ ਨੇ ਸੋਚਣ ਦੀ ਸ਼ਕਤੀ ਦਿੱਤੀ। ਜੇ ਬਚਣਾ ਹੈ ਤਾਂ ਫਿਰ ਗੁਰੂ ਦੇ ਦੱਸੇ ਰਾਹ 'ਤੇ ਚੱਲੀਏ, ਤੇ ਗੁਰੂ ਦੇ ਦੱਸੇ ਰਾਹ 'ਤੇ ਚੱਲਣ ਵਾਲਾ ਜਿਹੜਾ ਮਨੁੱਖ ਹੈ ਉਹਦਾ ਲੋਕ ਵੀ ਸਵਰ ਜਾਂਦਾ ਹੈ, ਉਹਦਾ ਪਰਲੋਕ ਵੀ ਸਵਰ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।